Hello and welcome to my channel Victor's Knowledge. This is Chinu Sharma and today we shall be going to discuss the part 2 of our previous video which was on international organizations. So in this lecture I will be covering the remaining 23 organizations. So let's get started. So 28th organization is SAARC. SAARC the full form है South Asian Association for Regional Cooperation. बेसिकली ਜਿਹੜੀ ਆਰਗੇਨਾਈਜੇਸ਼ਨ ਹੈ ਸਪੈਸੀਫਿਕਲੀ ਜਿਹੜੇ ਸਾਊਥ ਏਸ਼ੀਅਨ ਕੰਟਰੀਜ਼ ਨੇ 8 ਸਾਊਥ ਏਸ਼ੀਅਨ ਕੰਟਰੀਜ਼ ਨੇ ਉਹਨਾਂ ਦੇ ਇੰਟਰਸਟ ਨੂੰ ਸਿਕਿਉਰ ਕਰਨ ਦੇ ਲਈ ਇਹ ਆਰਗੇਨਾਈਜੇਸ਼ਨ ਇਸਟੈਬਲਿਸ਼ ਕੀਤੀ ਗਈ ਤੇ ਇਹਦੇ ਲਈ ਇੱਕ ਚਾਰਟਰ ਸਾਈਨ ਕੀਤਾ ਗਿਆ ਢਾਕਾ ਦੇ ਵਿੱਚ। ਢਾਕਾ ਕਿੱਥੇ ਹੈ? ਬੰਗਲਾਦੇਸ਼ ਵਿੱਚ 8 ਦਸੰਬਰ 1985 ਦੇ ਵਿੱਚ। ਤੇ ਜਿਹੜਾ ਆਈਡੀਆ ਹੈ ਇਹ ਸਭ ਤੋਂ ਪਹਿਲਾਂ ਨਵੰਬਰ 1980 ਦੇ ਵਿੱਚ ਅਰਾਈਜ਼ ਹੋਇਆ ਸੀ ਤੇ ਉਸ ਤੋਂ ਬਾਅਦ ਇਹਦੀ ਫਰਸਟ ਮੀਟਿੰਗ ਕਿੱਥੇ ਹੋਈ? ਕੋਲੰਬੋ ਦੇ ਵਿੱਚ ਸ਼੍ਰੀਲੰਕਾ ਅਪ੍ਰੈਲ 1981 ਤੇ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਸਟਾਰਟਿੰਗ ਵਿੱਚ ਜਿਹੜੇ ਫਾਊਂਡਿੰਗ ਮੈਂਬਰ ਕੰਟਰੀ ਸੀ ਉਹ 7 ਸੀ। ਸੋ ਅੱਜ ਇਹਦੇ ਵਿੱਚ ਟੋਟਲ 8 ਮੈਂਬਰ ਨੇ ਇੰਡੀਆ, ਨੇਪਾਲ, ਭੂਟਾਨ, ਮਿਆਂਮਾਰ, ਅਫਗਾਨਿਸਤਾਨ, ਸ਼੍ਰੀਲੰਕਾ, ਮਾਲਦੀਵਸ ਐਂਡ ਪਾਕਿਸਤਾਨ ਤੇ ਕੁਝ ਕੰਟਰੀਜ਼ ਨੂੰ ਇਹਦੇ ਵਿੱਚ ਆਬਜ਼ਰਵਰ ਦਾ ਸਟੇਟਸ ਦਿੱਤਾ ਹੈ। ਇਹ ਪਰਮਾਨੈਂਟ ਮੈਂਬਰਸ ਨਹੀਂ ਹੈ, ਸਿਰਫ ਆਬਜ਼ਰਵਰ ਸਟੇਟਸ ਨੇ ਤੇ ਇਹ ਸਿਰਫ ਜਿਵੇਂ ਕੋਈ ਜਦੋਂ ਵੀ ਸਮਿਟਸ ਵਗੈਰਾ ਹੁੰਦੇ ਨੇ, ਮੀਟਿੰਗਸ ਨੇ, ਉਹਨਾਂ 'ਚ ਪਾਰਟ ਲੈਂਦੇ ਨੇ, ਉਹਨਾਂ ਦੇ ਵਿੱਚ ਆਪਣੇ ਇੰਟਰਸਟ ਨੂੰ ਉਹਨਾਂ ਦੀ ਗੱਲ ਰੱਖਦੇ ਨੇ ਬਟ ਐਸ ਸੱਚ ਇਹਨਾਂ ਕੋਲ ਪਰਮਾਨੈਂਟ ਮੈਂਬਰ ਵਾਲੀ ਜਾਂ ਵੋਟਿੰਗ ਪਾਵਰਸ ਜਾਂ ਕੋਈ ਪ੍ਰੋਪਰ ਵਧੀਆ ਡਿਸੀਜਨ ਲੈਣ ਵਾਲੀ ਕੋਈ ਇਸ ਤਰ੍ਹਾਂ ਦੀ ਪਾਵਰ ਨਹੀਂ ਹੁੰਦੀ। ਸੋ ਇਹ 9 ਕੰਟਰੀਜ਼ ਨੇ ਜਿਨ੍ਹਾਂ ਦੇ ਕੋਲ ਸਾਰਕ ਦੇ ਆਬਜ਼ਰਵਰ ਸਟੇਟਸ ਹੈ। ਨੈਕਸਟ ਆਉਂਦਾ ਹੈ ਬਿਮਸਟੈਕ। ਬਿਮਸਟੈਕ ਦੀ ਫੁੱਲ ਫਾਰਮ ਕੀ ਹੈ? ਦ ਬੇ ਆਫ ਬੰਗਾਲ ਇਨੀਸ਼ੀਏਟਿਵ for multi-sectoral technical and economic cooperation। बेसिकली एक रीजन स्पैसिफिक मल्टीलेटरल ऑर्गेनाइजेशन है। एक बे ऑफ बंगाल का जिहड़ा रीजन है ਉਹਦੇ ਆਲੇ ਦੁਆਲੇ ਵਾਲੇ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਇੰਟਰਸਟ ਨੂੰ ਸਿਕਿਉਰ ਕਰਨ ਦੇ ਲਈ ਉੱਥੋਂ ਦੀ ਇਕਨੋਮਿਕ ਡਿਵੈਲਪਮੈਂਟ ਨੂੰ ਲੈ ਕੇ ਸੋਸ਼ਲ ਪ੍ਰੋਗਰੈਸ ਨੂੰ ਲੈ ਕੇ ਉਸ ਰੀਜਨ ਦੇ ਜਿਹੜੇ ਕਾਮਨ ਇੰਟਰਸਟ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਆਰਗੇਨਾਈਜੇਸ਼ਨ ਤਿਆਰ ਕੀਤੀ ਗਈ ਤੇ 1997 ਦੇ ਵਿੱਚ ਇਸਟੈਬਲਿਸ਼ ਹੋਈ ਬੈਂਕਾਕ ਡੈਕਲੇਰੇਸ਼ਨ ਤੋਂ ਬਾਅਦ ਤੇ ਸਟਾਰਟਿੰਗ ਵਿੱਚ ਇਹਦਾ ਨਾਮ ਸੀਗਾ ਬਿਸਟੈਕ ਤੇ 1997 ਦੇ ਵਿੱਚ ਇਹਨੂੰ ਬਿਮਸਟੈਕ ਦਾ ਨਾਮ ਦਿੱਤਾ ਗਿਆ ਜਦੋਂ ਇਹਦੇ ਵਿੱਚ ਮਿਆਂਮਾਰ ਐਡ ਹੋ ਗਿਆ। ਸੋ ਟੋਟਲ 7 ਮੈਂਬਰਸ ਨੇ, 5 ਸਾਊਥ ਏਸ਼ੀਆ ਦੇ ਵਿੱਚੋਂ ਤੇ 2 ਸਾਊਥ ਈਸਟ ਏਸ਼ੀਆ ਦੇ ਵਿੱਚੋਂ। ਬੰਗਲਾਦੇਸ਼, ਭੂਟਾਨ, ਇੰਡੀਆ, ਨੇਪਾਲ, ਸ਼੍ਰੀਲੰਕਾ ਇਹ ਸਾਊਥ ਏਸ਼ੀਅਨ ਕੰਟਰੀਜ਼ ਹੈ ਤੇ ਸਾਊਥ ਈਸਟ ਏਸ਼ੀਅਨ ਨੇ ਮਿਆਂਮਾਰ ਐਂਡ ਥਾਈਲੈਂਡ। ਨੈਕਸਟ ਆਉਂਦਾ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹਨੂੰ ਆਪਾਂ ADB ਕਹਿੰਦੇ ਆ। एक रीजनल डेवलपमेंट बैंक है। बेसिकली ਜਿਹੜੇ ਵੀ ਕੰਟਰੀਜ਼ ਨॉन ਰੀਜਨਲ ਡਿਵੈਲਪਡ ਕੰਟਰੀਜ਼ ਨੇ ਜਿੱਥੇ ਕਿ ਜ਼ਿਆਦਾ ਡਿਵੈਲਪਮੈਂਟ ਵਗੈਰਾ ਨਹੀਂ ਹੋਈ ਤੇ ਉਹ ਏਸ਼ੀਆ ਸਪੈਸੀਫਿਕ ਕੰਟੀਨੈਂਟ ਨੂੰ ਬਿਲੋਂਗ ਕਰਦੀਆਂ ਨੇ ਉਹਨਾਂ ਕੰਟਰੀਜ਼ ਨੂੰ ਸਪੈਸ਼ਲੀ ਫੰਡਿੰਗ ਪ੍ਰੋਵਾਈਡ ਕਰਨੀ, ਉਹਨਾਂ ਦੇ ਜੇ ਕੋਈ ਵੀ ਇਕਨੋਮਿਕ ਗਰੋਥ ਹੈ ਜਾਂ ਕੋਈ ਇਨਵਾਇਰਨਮੈਂਟ ਰਿਲੇਟਡ ਇਸ਼ੂਜ਼ ਹੈ ਜਾਂ ਕੋਈ ਰੀਜਨਲ ਇੰਟੀਗ੍ਰੇਸ਼ਨ ਜਾਂ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਦਿਮਾਗ ਵਿੱਚ ਰੱਖਦੇ ਹੋਏ ਜਿਹੜੀ ਫੰਡਿੰਗ ਪ੍ਰੋਵਾਈਡ ਕਰਦੀ ਹੈ ADB ਬੈਂਕ ਇਹ ਫੰਡਿੰਗ ਪ੍ਰੋਵਾਈਡ ਕਰਦਾ ਹੈ ਤੇ ਇਹਦੇ ਹੈੱਡਕੁਆਰਟਰਸ ਨੇ ਮੈਨੀਲਾ ਫਿਲੀਪਾਈਨਸ ਦੇ ਵਿੱਚ ਤੇ ਇਸ ਬੈਂਕ ਦੇ ਕੋਲ ਯੂਨਾਈਟਿਡ ਨੇਸ਼ਨ ਦਾ ਆਬਜ਼ਰਵਰ ਸਟੇਟਸ ਵੀ ਹੈ। ਸੋ ਬੇਸਿਕਲੀ ਇਹਦਾ ਇੰਨਾ ਕੰਮ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਏਸ਼ੀਆ ਕੰਟੀਨੈਂਟ ਦੇ ਵਿੱਚ ਪਾਵਰਟੀ ਨੂੰ ਖਤਮ ਕਰਨ ਲਈ ਜਾਂ ਘਟਾਉਣ ਦੇ ਲਈ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੀ ਇਕਨੋਮਿਕ ਹੈਲਪ ਕਰਨ ਦੀ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਫੰਡਸ ਤੇ ਗ੍ਰਾਂਟਸ ਪ੍ਰੋਵਾਈਡ ਕਰਦੇ ਆ। ਨੈਕਸਟ ਆਉਂਦਾ ਏਸ਼ੀਅਨ। ਏਸ਼ੀਅਨ ਦੀ ਫੁੱਲ ਫਾਰਮ ਹੈ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ। बेसिकली ਇਹ ਕੀ ਹੈ? ਇੱਕ ਰੀਜਨਲ ਆਰਗੇਨਾਈਜੇਸ਼ਨ ਹੈ। ਏਸ਼ੀਆ ਪੈਸੀਫਿਕ ਜਿਹੜਾ ਏਰੀਆ ਹੈ ਇਹਦੇ ਵਿੱਚ ਜਦੋਂ ਵੀ ਕੋਈ ਪੋਲੀਟੀਕਲ ਜਾਂ ਕੋਈ ਸੋਸ਼ਲ ਸਟੇਬਿਲਿਟੀ ਦੀ ਜ਼ਰੂਰਤ ਹੁੰਦੀ ਹੈ ਜਾਂ ਕੋਈ ਟੈਨਸ਼ਨ ਵਗੈਰਾ ਆ ਜਾਂਦੀ ਹੈ, ਕੋਈ ਵਾਰ ਰਿਲੇਟਡ ਪ੍ਰੋਬਲਮ ਆਉਂਦੀ ਹੈ ਤਾਂ ਇਹ ਮੇਨਲੀ ਕੰਮ ਕਰਦੀ ਹੈ ਤੇ ਇਹਦਾ ਮੇਨ ਏਮ ਕੀ ਹੈ? 1 ਵਿਜ਼ਨ 1 ਆਈਡੈਂਟੀਟੀ 1 ਕਮਿਊਨਿਟੀ। ਤੇ ਏਸ਼ੀਅਨ ਡੇ ਕਦੋਂ ਮਨਾਇਆ ਜਾਂਦਾ ਹੈ? 8 ਅਗਸਤ ਨੂੰ। ਇਹਦਾ ਸੈਕਟਰੀਏਟ ਕਿੱਥੇ ਹੈ? ਇੰਡੋਨੇਸ਼ੀਆ ਜਕਾਰਤਾ ਦੇ ਵਿੱਚ। ਤੇ 10 ਕੰਟਰੀਜ਼ ਨੇ ਜਿਹੜੀਆਂ ਕਿ ਏਸ਼ੀਅਨ ਦਾ ਪਾਰਟ ਨੇ ਇੰਡੋਨੇਸ਼ੀਆ, ਬਰੂਨਾਈ, ਵੀਅਤਨਾਮ, ਲਾਓਸ, ਥਾਈਲੈਂਡ, ਮਲੇਸ਼ੀਆ, ਫਿਲੀਪਾਈਨ, ਸਿੰਗਾਪੁਰ, ਕੰਬੋਡੀਆ ਤੇ ਮਿਆਂਮਾਰ। ਸੋ ਨੈਕਸਟ ਇੰਪੋਰਟੈਂਟ ਆਰਗੇਨਾਈਜੇਸ਼ਨ ਆ ਜਾਂਦੀ ਹੈ ਯੂਰੋਪੀਅਨ ਯੂਨੀਅਨ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਐਗਜ਼ਾਮ ਪੁਆਇੰਟ ਤੋਂ ਕਿਉਂਕਿ ਪਿਛਲੇ 5-6 ਸਾਲ ਤੋਂ ਲਗਾਤਾਰ ਇਹ ਇੰਟਰਨੈਸ਼ਨਲ ਲੈਵਲ ਦੀ ਨਿਊਜ਼ ਦੇ ਵਿੱਚ ਇਹ ਆਰਗੇਨਾਈਜੇਸ਼ਨ ਰਹੀ ਹੈ। ਤੇ ਇਹ ਆਰਗੇਨਾਈਜੇਸ਼ਨ ਕਦੋਂ ਬਣੀ?
ਜਦੋਂ ਵਰਲਡ ਵਾਰ 2 ਹੋਇਆ ਉਸ ਤੋਂ ਬਾਅਦ ਜਿਹੜਾ ਉਹਦਾ ਆਫਟਰ ਇਫੈਕਟ ਸੀ, ਬਹੁਤ ਸਾਰੇ ਲੌਸਿਸ ਹੋਏ, ਤਾਂ ਜਿਹੜੀਆਂ ਯੂਰੋਪੀਅਨ ਕੰਟਰੀ ਸੀ ਉਹਨਾਂ ਨੇ ਅਲੱਗ ਤੋਂ ਆਪਣਾ ਇੱਕ ਇਕਨੋਮਿਕ ਤੇ ਸੋਸ਼ਲ ਸੈਟਅਪ ਨੂੰ, ਆਪਣੇ ਪੋਲੀਟੀਕਲ ਸੈਟਅਪ ਨੂੰ ਸਟਰੋਂਗ ਕਰਨ ਦੇ ਲਈ ਆਪਣੀ ਅਲੱਗ ਤੋਂ ਇੱਕ ਯੂਨੀਅਨ ਤਿਆਰ ਕਰ ਲਿਆ, ਆਪਣਾ ਇੱਕ ਗਰੁੱਪ ਬਣਾ ਲਿਆ। ਟੋਟਲ 28 ਕੰਟਰੀ ਸੀਗੀਆਂ ਤੇ ਇਹਨਾਂ ਨੇ ਆਪਣੀ ਇੱਕ ਇੰਟਰਨਲ ਸਿੰਗਲ ਮਾਰਕੀਟ ਬਣਾਈ ਤੇ ਇੱਕ ਸਟੈਂਡਰਡਾਈਜ਼ ਸੇਮ ਸਿਸਟਮ ਆਫ ਲਾਅ ਬਣਾ ਲਿਆ ਜਿਹੜਾ ਕਿ ਸਾਰੀਆਂ ਮੈਂਬਰ ਸਟੇਟਸ ਤੇ ਅਪਲਾਈ ਹੋਊਗਾ। ਤੇ ਜਿਹੜੀ ਟ੍ਰੀਟੀ ਸੀਗੀ ਜਿਹਦੇ ਥਰੂ ਯੂਰੋਪੀਅਨ ਯੂਨੀਅਨ ਬਣਿਆ ਉਹ 1992 ਦੇ ਵਿੱਚ ਸਾਈਨ ਕੀਤੀ ਗਈ। ਤੇ ਬੇਸਿਕਲੀ ਜਿਹੜੀਆਂ ਕੰਟਰੀਜ਼ ਨੇ ਉਹਨਾਂ ਟੋਟਲ 28 ਕੰਟਰੀਜ਼ ਦੇ ਵਿੱਚੋਂ 19 ਕੰਟਰੀਜ਼ ਦੀ ਜਿਹੜੀ ਕਰੰਸੀ ਆਫੀਸ਼ੀਅਲ ਉਹ ਯੂਰੋ ਹੈ ਤੇ ਬਾਕੀ 9 ਕੰਟਰੀਜ਼ ਦੀ ਯੂਰੋ ਨਹੀਂ ਹੈ। तो ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਏਮ ਕੀ ਹੈ ਯੂਰੋਪੀਅਨ ਯੂਨੀਅਨ ਦਾ ਕਿ ਇੱਕ ਪ੍ਰੋਪਰ ਸਟਰੋਂਗ ਇਕਨੋਮਿਕ ਤੇ ਪੋਲੀਟੀਕਲ ਬਲੌਕ ਤਿਆਰ ਕਰਨਾ। ਤੇ ਪ੍ਰੈਜ਼ੈਂਟਲੀ ਇਹਦੇ ਵਿੱਚ 27 ਕੰਟਰੀਜ਼ ਨੇ। ਇੱਕ ਕੰਟਰੀ ਜਿਹੜੀ ਇਹਦੇ ਵਿੱਚੋਂ ਨਿਕਲ ਗਈ ਉਹ ਹੈਗੀ ਹੈ ਬ੍ਰਿਟੇਨ। ਸੋ ਹੁਣ ਆਪਾਂ ਜਾਣ ਲੈਂਦੇ ਹਾਂ ਕਿ ਬ੍ਰਿਟੇਨ ਦਾ ਕੀ ਕੰਸੈਪਟ ਹੈ। ਆਪਾਂ ਨੇ ਬਹੁਤ ਵਾਰੀ ਨਿਊਜ਼ ਦੇ ਵਿੱਚ ਵਰਡ ਸੁਣਿਆ ਬ੍ਰੈਕਸਿਟ। ਬ੍ਰੈਕਸਿਟ ਦਾ ਮਤਲਬ ਹੈ ਬ੍ਰਿਟੇਨ ਐਗਜ਼ਿਟ, ਮਤਲਬ ਕਿ ਬ੍ਰਿਟੇਨ ਦਾ ਨਿਕਲ ਜਾਣਾ ਯੂਰੋਪੀਅਨ ਯੂਨੀਅਨ ਦੇ ਵਿੱਚੋਂ। ਬ੍ਰਿਟੇਨ ਨੇ 2016 ਦੇ ਵਿੱਚ ਇਹ ਚੀਜ਼ ਦੀ ਡਿਮਾਂਡ ਅੱਗੇ ਰੱਖੀ ਕਿ ਅਸੀਂ ਹੁਣ ਯੂਰੋਪੀਅਨ ਯੂਨੀਅਨ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤੇ ਫਾਈਨਲੀ 31 ਜਨਵਰੀ 2020 ਦੇ ਵਿੱਚ ਬ੍ਰਿਟੇਨ ਨੇ ਐਗਜ਼ਿਟ ਲਈ। ਸੋ ਪ੍ਰੈਜ਼ੈਂਟਲੀ ਹੁਣ 28 ਦੀ ਬਜਾਏ ਸਿਰਫ 27 ਕੰਟਰੀਜ਼ ਨੇ ਯੂਰੋਪੀਅਨ ਯੂਨੀਅਨ ਦਾ ਪਾਰਟ। So next 33rd organization है UN Habitat, United Nation Human Settlement Program। ਇਹ ਕੀ ਹੈ? ਇਹਦਾ ਮੇਨ ਫੋਕਸ ਕਿਸ ਏਰੀਆਜ਼ ਦੇ ਉੱਤੇ ਹੈ? ਹਿਊਮਨ ਸੈਟਲਮੈਂਟਸ ਤੇ ਅਰਬਨ ਡਿਵੈਲਪਮੈਂਟ ਦੇ ਉੱਤੇ। ਲੋਕ ਸ਼ਹਿਰਾਂ 'ਚ ਕਿਵੇਂ ਰਹਿ ਰਹੇ ਨੇ, ਕਿਸ ਸੈਟਲਮੈਂਟਸ ਦੇ ਵਿੱਚ ਰਹਿ ਰਹੇ ਨੇ, ਇਹ ਸਾਰਾ ਕੁਝ ਦੇਖਣ ਦੇ ਲਈ ਉਹਨਾਂ ਦੇ ਟਾਊਨਸ ਤੇ ਸਿਟੀਜ਼ ਨੂੰ ਇਨਵਾਇਰਮੈਂਟਲੀ ਤੇ ਸੋਸ਼ਲੀ ਪ੍ਰਮੋਟ ਕਰਨ ਦੇ ਲਈ ਲੋਕਾਂ ਕੋਲ ਪ੍ਰੋਪਰ ਰਹਿਣ ਦੇ ਲਈ ਜਗ੍ਹਾ ਹੈ, ਐਡਿਕੁਏਟ ਸ਼ੈਲਟਰਸ ਨੇ ਸਾਰਿਆਂ ਕੋਲ। ਇਹ ਸਾਰਾ ਕੁਝ ਦੇਖਣ ਦੇ ਲਈ UN Habitat ਦੀ ਆਰਗੇਨਾਈਜੇਸ਼ਨ ਆਈ। 1978 ਦੇ ਵਿੱਚ ਇਸਟੈਬਲਿਸ਼ ਹੋਈ ਸੀ ਤੇ ਇਹਦੇ ਹੈੱਡਕੁਆਰਟਰਸ ਨੇ ਨਾਇਰੋਬੀ, ਕੀਨੀਆ ਦੇ ਵਿੱਚ। ਨੈਕਸਟ ਇੰਪੋਰਟੈਂਟ ਆਉਂਦੀ ਹੈ ਵਰਲਡ ਵਾਈਲਡ ਲਾਈਫ ਫੰਡ ਫॉर ਨੇਚਰ। एक नॉन प्रॉफिट ऑर्गेनाइजेशन है, एक तरह ਨਾਲ NGO ਦੀ ਤਰ੍ਹਾਂ ਕੰਮ ਕਰਦੀ ਹੈ ਤੇ ਵਰਲਡ ਦੀ ਬਿਗੇਸਟ ਕੰਜ਼ਰਵੇਸ਼ਨ ਆਰਗੇਨਾਈਜੇਸ਼ਨ ਹੈ। 1000 ਤੋਂ ਜ਼ਿਆਦਾ ਟੋਟਲ ਪ੍ਰੋਜੈਕਟਸ ਨੂੰ ਇਹ ਸਪੋਰਟ ਕਰ ਰਹੀ ਹੈ। 1961 ਦੇ ਵਿੱਚ ਇਹ ਫਾਊਂਡ ਹੋਈ ਸੀ। ਇਸ ਤੋਂ ਪਹਿਲਾਂ ਜਿਹੜੀ ਆਰਗੇਨਾਈਜੇਸ਼ਨ ਸੀ ਉਹ ਸੀ ਕੰਜ਼ਰਵੇਸ਼ਨ ਫਾਊਂਡੇਸ਼ਨ, ਜਿਹਨੂੰ ਬਦਲ ਕੇ ਨਵੀਂ ਆਰਗੇਨਾਈਜੇਸ਼ਨ ਲਿਆਂਦੀ ਗਈ ਵਰਲਡ ਵਾਈਲਡ ਲਾਈਫ ਫੰਡ ਫॉर ਨੇਚਰ। ਇਹਦੇ ਹੈੱਡਕੁਆਰਟਰਸ ਨੇ ਗਲੈਨ, ਸਵਿਟਜ਼ਰਲੈਂਡ ਦੇ ਵਿੱਚ। ਬੇਸਿਕਲੀ ਜਿਹੜੀ ਵਾਈਲਡ ਲਾਈਫ, ਵਾਈਲਡ ਐਨੀਮਲਸ ਨੇ ਉਹਨਾਂ ਸਾਰਿਆਂ ਦੀ ਪ੍ਰੀਜ਼ਰਵੇਸ਼ਨ ਤੇ ਕੰਜ਼ਰਵੇਸ਼ਨ ਨੂੰ ਲੈ ਕੇ ਉਹਨਾਂ ਦੀ ਸਪੀਸੀਜ਼ ਕਿ ਉਹ ਘਟਣ ਨਾ, ਵਲਨਰੇਬਲ ਨਾ ਹੋਣ, ਜੇ ਕੋਈ ਡੇਂਜਰਸ ਹੈ ਜਾਂ ਇੰਡੇਂਜਰਡ ਸਪੀਸੀਜ਼ ਹੈ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਨੇ ਪ੍ਰੋਪਰ ਸਪੀਸੀਜ਼ ਨੂੰ ਇੰਟੈਕਟ ਰੱਖਣਾ ਹੈ, ਇਹ ਸਾਰੀਆਂ ਚੀਜ਼ਾਂ ਵਰਲਡ ਵਾਈਲਡ ਲਾਈਫ ਫੰਡ 'ਚ ਨੇ। ਨੈਕਸਟ ਬਹੁਤ ਹੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਟ੍ਰੈਫਿਕ। ਟ੍ਰੈਫਿਕ ਦੋ ਆਰਗੇਨਾਈਜੇਸ਼ਨ ਨੂੰ ਜੋੜ ਕੇ ਬਣਿਆ, ਦੋ ਆਰਗੇਨਾਈਜੇਸ਼ਨ ਦਾ ਇਕੱਠਾ ਜੁਆਇੰਟ ਪ੍ਰੋਗਰਾਮ ਹੈ। ਵਰਲਡ ਵਾਈਲਡ ਲਾਈਫ ਫੰਡ ਤੇ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ, ਜਿਹਨੂੰ ਆਪਾਂ IUCN ਕਹਿੰਦੇ ਆ। ਇਹਨਾਂ ਦੋਨਾਂ ਨੂੰ ਮਿਲ ਕੇ ਟ੍ਰੈਫਿਕ ਬਣਿਆ। ਤੇ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ IUCN ਕੀ ਹੈ। ਵਰਲਡ ਵਾਈਲਡ ਲਾਈਫ ਫੰਡ ਆਪਾਂ ਪਿਛਲੀ ਸਲਾਈਡ ਵਿੱਚ ਪੜ੍ਹ ਚੁੱਕੇ ਹਾਂ। ਸੋ IUCN ਕੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਕੰਮ ਕਰਦੀ ਹੈ ਕਿ ਵਰਲਡ ਲੈਵਲ ਤੇ ਜਿਹੜੇ ਵੀ ਪਲਾਂਟਸ ਤੇ ਐਨੀਮਲ ਸਪੀਸੀਜ਼ ਹੈ, ਫਲੋਰਾ ਤੇ ਫੌਨਾ ਹੈ, ਉਹ ਪ੍ਰੋਪਰ ਕੰਜ਼ਰਵ ਹੋ ਕੇ ਰਹਿਣ, ਉਹਨਾਂ ਦੀ ਸਪੀਸੀਜ਼ ਖਤਮ ਨਾ ਹੋਣ। ਤੇ ਇਹਦੇ ਲਈ ਇੱਕ ਇਹਨਾਂ ਨੇ ਡੇਟਾ ਬੁੱਕ ਤਿਆਰ ਕੀਤੀ ਹੋਈ ਹੈ ਜਿਹਨੂੰ ਆਪਾਂ IUCN ਰੈੱਡ ਲਿਸਟ ਕਹਿੰਦੇ ਹਾਂ। ਇਹਦੇ ਵਿੱਚ ਅਲੱਗ-ਅਲੱਗ ਕੈਟੇਗਰੀਜ਼ ਦੇ ਐਨੀਮਲਸ ਜਾਂ ਪਲਾਂਟ ਸਪੀਸੀਜ਼ ਹੁੰਦੀਆਂ ਨੇ ਕਿ ਕਿਹੜੀਆਂ ਵਲਨਰੇਬਲ ਨੇ, ਕਿਹੜੀਆਂ ਐਂਡੇਂਜਰਡ ਨੇ ਜਾਂ ਕਿਹੜੀਆਂ ਐਕਸਟਿੰਕਟ ਹੋ ਚੁੱਕੀਆਂ, ਖਤਮ ਹੋ ਚੁੱਕੀਆਂ। ਸੋ ਇਸ ਤਰ੍ਹਾਂ ਦਾ ਇਹ ਕੰਮ ਕਰਦੀ ਹੈ। ਤੇ ਇਹਦੇ ਹੈੱਡਕੁਆਰਟਰਸ ਕਿੱਥੇ ਦਾ, ਸੈਕਟਰੀਏਟ ਕਿੱਥੇ ਬੈਠਦਾ ਹੈ? ਗਲੈਨ, ਸਵਿਟਜ਼ਰਲੈਂਡ ਦੇ ਵਿੱਚ। ਤੇ ਹੁਣ ਆਪਾਂ ਆ ਜਾਂਦੇ ਹਾਂ ਟ੍ਰੈਫਿਕ ਦੇ ਉੱਤੇ। ਟ੍ਰੈਫਿਕ ਦਾ ਮੇਨ ਕੰਮ ਇਹ ਹੈ ਕਿ ਕੋਈ ਵੀ ਇਲੀਗਲ ਟ੍ਰੇਡਿੰਗ ਨਾ ਹੋ ਰਹੀ ਹੋਵੇ ਵਾਈਲਡ ਪਲਾਂਟਸ ਤੇ ਐਨੀਮਲਸ ਦੀ, ਜਾਂ ਜੇ ਟ੍ਰੇਡਿੰਗ ਹੋ ਰਹੀ ਹੈ ਤਾਂ ਪ੍ਰੋਪਰ ਇੱਕ ਸੈਟ ਪੈਟਰਨ ਲਿਮਿਟਸ ਦੇ ਵਿੱਚ ਹੋਵੇ ਕਿ ਉਹਨਾਂ ਦੀ ਕੰਜ਼ਰਵੇਸ਼ਨ ਦੇ ਵਿੱਚ ਕੋਈ ਥ੍ਰੈਟ ਨਾ ਆਵੇ। ਇਹਦਾ ਕੀ ਮਤਲਬ ਹੈ ਕਿ ਕੰਜ਼ਰਵੇਸ਼ਨ ਦੇ ਵਿੱਚ ਥ੍ਰੈਟ ਨਾ ਆਵੇ ਕਿ ਕਿਸੇ ਵੀ ਸਪੀਸੀਜ਼ ਦਾ ਇੰਨੀ ਜ਼ਿਆਦਾ ਉਹਦੀ ਐਕਸਪਲੋਇਟੇਸ਼ਨ ਨਾ ਹੋਵੇ, ਉਹਦਾ ਟ੍ਰੇਡ ਨਾ ਹੋਵੇ ਕਿ ਉਹ ਸਪੀਸੀਜ਼ ਹੀ ਖਤਮ ਹੋ ਜਾਵੇ। ਤੇ ਇਹਦੇ ਹੈੱਡਕੁਆਰਟਰਸ ਨੇ ਕੈਂਬਰਿਜ, UK ਦੇ ਵਿੱਚ। So next 38th organization is OECD, Organization for Economic Cooperation and Development। ਇਹ ਆਰਗੇਨਾਈਜੇਸ਼ਨ ਬੇਸਿਕਲੀ ਆਪਾਂ ਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਵੀ ਇਹ ਵਰਲਡ ਟ੍ਰੇਡ ਤੇ ਇਕੋਨਮੀ ਨੂੰ ਗਰੋ ਕਰਨ ਦੇ ਲਈ, ਉਹਦੀ ਪ੍ਰੋਗਰੈਸ ਦੇ ਲਈ ਇਹ OECD ਨਾਮ ਦੀ ਆਰਗੇਨਾਈਜੇਸ਼ਨ ਇਸਟੈਬਲਿਸ਼ ਹੋਈ। ਤੇ ਜਿਹੜੀ ਆਰਗੇਨਾਈਜੇਸ਼ਨ ਹੈ ਇਹਦੇ ਵਿੱਚ ਟੋਟਲ 38 ਕੰਟਰੀਜ਼ ਨੇ
ਤੇ 1961 ਦੇ ਵਿੱਚ ਇਹਨੂੰ ਫਾਊਂਡ ਕੀਤਾ ਗਿਆ ਤੇ ਰੀਸੈਂਟਲੀ 2021 ਦੇ ਵਿੱਚ ਹੀ ਇਸੇ ਸਾਲ ਇਹਦੀ 60th ਐਨੀਵਰਸਰੀ ਮਨਾਈ ਜਾ ਰਹੀ ਹੈ ਤੇ 60th ਐਨੀਵਰਸਰੀ ਦੇ ਉੱਤੇ ਇਹਨੇ ਇੱਕ ਆਪਣੀ ਰਿਸਰਚ ਐਨਾਲਿਸਿਸ ਦਾ ਇੱਕ ਪੇਪਰ ਆਪਣੀ ਇੱਕ ਰਿਸਰਚ ਪਬਲਿਸ਼ ਕੀਤੀ ਜਿਹਦਾ ਨਾਮ ਹੈ ਦ ਲੌਂਗ ਵਿਊ ਸਿਨੈਰੀਓਜ਼ ਫॉर द वर्ल्ड इकोनॉमी टू 2016 ਕਿ ਇੱਕ ਲੌਂਗ ਵਿਊ ਇੱਕ ਮਤਲਬ ਕਿ ਲੌਂਗ ਰਨ ਦੇ ਵਿੱਚ ਦੇਖਿਆ ਕਿ ਇਕਨੋਮੀ ਕਿਸ ਤਰ੍ਹਾਂ ਦੀ ਹੋਗੀ 2060 ਤੱਕ ਸੋ ਦੋ ਮੇਨ ਫਾਈਂਡਿੰਗਸ ਕੀ ਨਿਕਲੀਆਂ ਨੇ ਕਿ ਜਿਹੜੀ ਰੀਅਲ ਜੀਡੀਪੀ ਗਰੋਥ ਹੈ ਪੂਰੇ ਵਰਲਡ ਦੀ ਉਹ 3.5% ਤੋਂ ਘਟ ਕੇ 2% ਤੱਕ ਰਹਿ ਜੂਗੀ ਤੇ 2060 ਤੱਕ ਜਿਹੜੀਆਂ ਮੇਜਰਲੀ ਪੂਰੇ ਵਰਲਡ ਦੇ ਉੱਤੇ ਕਿਹੜੀਆਂ ਤਿੰਨ ਕੰਟਰੀਜ਼ ਨੇ ਜਿਨ੍ਹਾਂ ਦਾ ਕਿ ਸਭ ਤੋਂ ਜ਼ਿਆਦਾ ਇਕਨੋਮਿਕ ਆਊਟਪੁੱਟ ਹੋਊਗਾ ਇੰਡੀਆ ਚਾਈਨਾ ਐਂਡ ਇੰਡੋ ਨੈਕਸਟ ਆਉਂਦੀ ਹੈ IAEA ਬੇਸਿਕਲੀ IAEA ਕੀ ਹੈ ਇਹਨੂੰ ਆਪਾਂ ਐਟਮਸ ਫॉर ਪੀਸ ਆਰਗੇਨਾਈਜੇਸ਼ਨ ਵੀ ਕਹਿੰਦੇ ਆ 1957 ਦੇ ਵਿੱਚ ਇਹ ਬਣੀ ਤੇ ਯੂਨਾਈਟਿਡ ਨੇਸ਼ਨ ਫੈਮਿਲੀ ਦੇ ਵਿੱਚ ਹੀ ਬਣੀ ਹੈ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹ ਕਿਹਨੂੰ ਰਿਪੋਰਟ ਕਰਦੀ ਹੈ ਇਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੇ ਸਿਕਿਉਰਿਟੀ ਕਾਉਂਸਲ ਨੂੰ ਇਹਦੇ ਹੈੱਡਕੁਆਰਟਰਸ ਨੇ ਵੀਨਾ ਆਸਟਰੀਆ ਦੇ ਵਿੱਚ ਇਹਦਾ ਸਿੰਪਲ ਜਿਹਾ ਇੱਕ ਹੀ ਕੰਮ ਹੈ ਕਿ ਆਪਣੇ ਪੂਰੇ ਵਰਲਡ ਦੇ ਵਿੱਚ ਜਿਹੜੀ ਕੰਟਰੀਜ਼ ਕੋਲ ਨਿਊਕਲੀਅਰ ਟੈਕਨੋਲੋਜੀਜ਼ ਨੇ ਨਿਊਕਲੀਅਰ ਵੈਪਨਸ ਨੇ ਉਹਨਾਂ ਦਾ ਜਿਹੜਾ ਯੂਜ਼ ਹੈ ਉਹ ਬਹੁਤ ਦੇਖ ਕੇ ਢੰਗ ਨਾਲ ਕੀਤਾ ਜਾਵੇ ਸਿਰਫ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਪੀਸਫੁਲ ਯੂਜ਼ ਕਰਨਾ ਹੈ ਤਾਂ ਹੀ ਕੀਤਾ ਜਾਵੇ ਕੋਈ ਵੀ ਮਿਲਟਰੀ ਪਰਪਸ ਦੇ ਲਈ ਜਾਂ ਵਾਰਸ ਦੇ ਲਈ ਨਾ ਕੀਤਾ ਜਾਵੇ ਤੇ ਨਿਊਕਲੀਅਰ ਟੈਕਨੋਲੋਜੀਜ਼ ਨੂੰ ਸੇਫਲੀ ਸਿਕਿਉਰਲੀ ਤੇ ਪੀਸਫੁਲੀ ਸੰਭਾਲ ਕੇ ਰੱਖਿਆ ਜਾਵੇ ਯੂਟਿਲਾਈਜੇਸ਼ਨ ਉਹਨਾਂ ਦੀ ਪ੍ਰੋਪਰ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਦਾ ਗਲਤ ਇਸਤੇਮਾਲ ਨਾ ਹੋਵੇ ਨੈਕਸਟ ਆਉਂਦੀ ਹੈ ਨਾਟੋ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇੱਕ ਤਰ੍ਹਾਂ ਦਾ ਮਿਲਟਰੀ ਅਲਾਈਅੰਸ ਹੈ ਵਾਸ਼ਿੰਗਟਨ ਟ੍ਰੀਟੀ ਦੇ ਥਰੂ ਐਸਟੈਬਲਿਸ਼ ਕੀਤਾ ਗਿਆ ਸੀ 1949 ਦੇ ਵਿੱਚ ਇਹਦੇ ਹੈੱਡਕੁਆਰਟਰਸ ਨੇ ਬ੍ਰਸਲਸ ਬੈਲਜੀਅਮ ਦੇ ਵਿੱਚ ਸੋ ਬੇਸਿਕਲੀ ਆਪਾਂ ਨੇ ਇਹਨੂੰ ਲੈ ਕੇ ਇੰਨਾ ਹੀ ਯਾਦ ਰੱਖਣਾ ਹੈ ਕਿ ਇਹ ਕਿਸ ਤਰ੍ਹਾਂ ਦੀ ਨੇਚਰ ਕੀ ਹੈ ਇਸ ਆਰਗੇਨਾਈਜੇਸ਼ਨ ਦੀ ਇਹ ਇੱਕ ਇੰਟਰਗਵਰਨਮੈਂਟਲ ਮਿਲਟਰੀ ਅਲਾਈਅੰਸ ਹੈ 40th ਆਰਗੇਨਾਈਜੇਸ਼ਨ ਇਜ਼ OPEC ਇਹਦੀ ਫੁੱਲ ਫਾਰਮ ਹੈ ਆਰਗੇਨਾਈਜੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀ ਜਿਹੜੀਆਂ ਕੰਟਰੀਜ਼ ਪੈਟਰੋਲ ਐਕਸਪੋਰਟ ਕਰਦੀਆਂ ਨੇ ਉਹਨਾਂ ਦੀ ਇੱਕ ਪਰਮਾਨੈਂਟ ਆਰਗੇਨਾਈਜੇਸ਼ਨ ਹੈ ਤੇ ਇਹ ਬਗਦਾਦ ਕਾਨਫਰੰਸ ਦੇ ਵਿੱਚ 1960 ਵਿੱਚ ਬਣੀ ਸੀ ਈਰਾਨ ਇਰਾਕ ਕੁਵੈਤ ਸਾਊਦੀ ਅਰੇਬੀਆ ਵੈਨੇਜ਼ੁਏਲਾ ਇਹ ਪੰਜ ਕੰਟਰੀਜ਼ ਨੇ ਮਿਲ ਕੇ ਇਸ ਨੂੰ ਐਸਟੈਬਲਿਸ਼ ਕੀਤਾ ਸੀ ਇਹਦਾ ਮੇਨ ਏਮ ਕੀ ਹੈ ਕਿ ਜਿੰਨੀ ਵੀ ਆਇਲ ਸਪਲਾਈ ਹੋ ਰਹੀ ਹੈ ਜਿੰਨੇ ਵੀ ਪ੍ਰਾਈਸਿਸ ਨੇ ਆਇਲ ਦੇ ਉਹ ਸਾਰਿਆਂ ਨੂੰ ਵਰਲਡ ਮਾਰਕੀਟ ਦੇ ਵਿੱਚ ਮੈਨੇਜ ਕਰਨਾ ਇਫੈਕਟਿਵਲੀ ਜੇ ਕੋਈ ਫਲਕਚੁਏਸ਼ਨ ਆਉਂਦੀ ਹੈ ਕੋਈ ਪਰਚੇਜ਼ਿੰਗ ਦੀ ਕੋਈ ਪ੍ਰੋਡਿਊਸ ਕਰਨ ਦੀ ਉਹਨਾਂ ਸਾਰਿਆਂ ਦਾ ਧਿਆਨ ਰੱਖਣਾ OPEC ਦਾ ਕੰਮ ਹੈ ਇਹਦੇ ਹੈੱਡਕੁਆਰਟਰ ਕਿੱਥੇ ਨੇ ਵੀਨਾ ਆਸਟਰੀਆ 2019 ਤੱਕ OPEC ਦੇ ਕੋਲ ਟੋਟਲ 14 ਮੈਂਬਰ ਕੰਟਰੀਜ਼ ਨੇ ਤੇ 14 ਮੈਂਬਰ ਕੰਟਰੀਜ਼ ਕਿਹੜੀਆਂ ਨੇ ਈਰਾਨ ਇਰਾਕ ਕੁਵੈਤ UAE ਸਾਊਦੀ ਅਰੇਬੀਆ ਅਲਜੀਰੀਆ ਲੀਬੀਆ ਨਾਈਜੀਰੀਆ ਗੈਬਨ ਇਕੁਆਟੋਰੀਅਲ ਗੁਆਨਾ ਰਿਪਬਲਿਕ ਆਫ Congo, Angola, Ecuador and Venezuela. So next important organization है NUM, Non-Aligned Movement. Non-Aligned Movement ਉਹ countries ਨੇ start ਕੀਤੀ ਜਦੋਂ Cold War ਹੋਈ ਤਾਂ ਜਿਹੜੀਆਂ countries ਅਲੱਗ ਰਹੀਆਂ ਨਿਊਟਰਲ ਤੇ ਇੰਡੀਪੈਂਡੈਂਟ ਰਹੀਆਂ ਜਿਹੜੀਆਂ ਨਾ ਤਾਂ ਸੋਵੀਅਤ ਯੂਨੀਅਨ ਦੇ ਵਿੱਚ ਜਾ ਕੇ ਮਿਲੀਆਂ ਨਾ ਯੂਨਾਈਟਿਡ ਸਟੇਟਸ ਦੇ ਵਿੱਚ ਉਹ ਕੰਟਰੀਜ਼ ਨੇ 1955 ਦੇ ਵਿੱਚ ਇੱਕ ਆਪਣੀ ਅਲੱਗ ਤੋਂ ਮੂਵਮੈਂਟ ਸਟਾਰਟ ਕਰ ਲਈ ਨਾਨ ਅਲਾਈਨਡ ਮੂਵਮੈਂਟ ਤੇ ਇਹ ਬੈਂਗਡੂੰਗ ਕਾਨਫਰੰਸ ਜਿਹੜੀ ਕਿ ਇੰਡੋਨੇਸ਼ੀਆ 'ਚ ਹੋਈ ਸੀ ਉੱਥੇ ਇਹਨੂੰ ਲੈ ਕੇ ਡਿਸੀਜਨਸ ਲਏ ਗਏ ਡਿਸਕਸ਼ਨਸ ਹੋਈਆਂ ਤੇ ਉੱਥੋਂ ਇਹ ਗਰੁੱਪ ਦਾ ਜਿਹੜਾ ਕਨਸੈਪਟ ਹੈ ਉਹ ਇਮਰਜ ਹੋਇਆ ਓਰੀਜਿਨੇਟ ਹੋਇਆ ਨੈਕਸਟ 42nd ਬਹੁਤ ਹੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ SCO ਇੱਕ ਪਰਮਾਨੈਂਟ ਆਰਗੇਨਾਈਜੇਸ਼ਨ ਹੈ ਜਿਹੜੀ ਕਿ 2001 ਦੇ ਵਿੱਚ ਕ੍ਰੀਏਟ ਕੀਤੀ ਗਈ ਬਟ ਆਫੀਸ਼ੀਅਲੀ ਇਹਨੇ ਆਪਣਾ ਕੰਮ 2003 ਤੋਂ ਸਟਾਰਟ ਕੀਤਾ ਜਿੰਨੀਆਂ ਵੀ ਯੂਰੇਸ਼ੀਅਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਪੋਲੀਟੀਕਲ ਇਕਨੋਮਿਕ ਤੇ ਮਿਲਟਰੀ ਲੈਵਲ ਦੀ ਸਟੇਬਿਲਿਟੀ ਲੈ ਕੇ ਆਉਣੀ ਪੀਸ ਤੇ ਸਿਕਿਉਰਿਟੀ ਬਣਾਏ ਰੱਖਣ ਲਈ ਇਹ ਆਰਗੇਨਾਈਜੇਸ਼ਨ ਇਸਟੈਬਲਿਸ਼ ਕੀਤੀ ਗਈ ਤੇ ਇਹ ਆਰਗੇਨਾਈਜੇਸ਼ਨ ਦੀਆਂ ਦੋ ਮੇਨ ਲੈਂਗੁਏਜਸ ਨੇ ਰਸ਼ੀਅਨ ਤੇ ਚਾਈਨੀਜ਼ 8 ਕੰਟਰੀਜ਼ ਨੇ ਜਿਹੜੀਆਂ ਕਿ ਪਰਮਨੈਂਟ ਮੈਂਬਰ ਸਟੇਟਸ ਹੈ ਜਿਨ੍ਹਾਂ ਕੋਲ SCO ਦਾ ਉਹ ਕਿਹੜੀਆਂ ਨੇ ਕਜ਼ਾਕਿਸਤਾਨ ਚਾਈਨਾ ਕਿਰਗਿਸਤਾਨ ਰਸ਼ੀਆ ਤਜ਼ਾਕਿਸਤਾਨ ਉਜ਼ਬੇਕਿਸਤਾਨ ਇੰਡੀਆ ਐਂਡ ਪਾਕਿਸਤਾਨ ਸੋ ਇੰਡੀਆ ਇੰਪੋਰਟੈਂਟ ਉਰੇ ਵਰਡ ਹੈ ਕਿਉਂਕਿ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਕਿ ਕਿਹੜੀ ਆਰਗੇਨਾਈਜੇਸ਼ਨ ਦਾ ਇੰਡੀਆ ਪਾਰਟ ਹੈ ਸੋ ਵੀ ਹੈਵ ਟੂ ਰਿਮੈਂਬਰ ਦੈਟ ਇੰਡੀਆ ਇਜ਼ ਪਾਰਟ ਆਫ SCO ਤੇ ਇਹਦੇ ਹੈੱਡਕੁਆਰਟਰਸ ਕਿੱਥੇ ਨੇ ਬੀਜ਼ਿੰਗ ਚਾਈਨਾ ਦੇ ਵਿੱਚ ਨੈਕਸਟ 43rd
very important organization is International Criminal Court ICC। ਇਹ ਟ੍ਰੀਟੀ ਜਿਹੜੀ ਕਿਸੇ ਰੋਮ ਸਟੈਚੂਟ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਅੰਡਰ ਇਹ ਬਣੀ ਤੇ ਫਰਸਟ ਵਰਲਡ ਦੀ ਪਰਮਾਨੈਂਟ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ। 1 ਜੁਲਾਈ 2002 ਨੂੰ ਰੋਮ ਸਟੈਚੂਟ ਨੇ ਇਫੈਕਟ ਲਿਆ ਤੇ ਇਸ ਨੂੰ 60 ਕੰਟਰੀਜ਼ ਨੇ ਰੈਟੀਫਾਈ ਕੀਤਾ, ਸਾਈਨ ਕੀਤੇ ਤੇ ਆਫੀਸ਼ੀਅਲੀ ICC ਦੀ ਸ਼ੇਪ ਲਈ। ICC ਦਾ ਕੀ ਕੰਮ ਹੈ? ਬੇਸਿਕਲੀ ਇਹ ਆਪਣੀ ਜਿਵੇਂ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਹੈ ਤਾਂ ਵਰਲਡ ਲੈਵਲ ਤੇ ਜਿਹੜੀ ਕਿ ਕ੍ਰਿਮੀਨਲ ਕੇਸਿਸ ਦੇਖਦੀ ਹੈ, ਸਭ ਤੋਂ ਵੱਡੀ ਕੋਰਟ ਉਹ ਹੈਗੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ। ਸੋ ਇਹਦੇ ਵਿੱਚ ਬੇਸਿਕਲੀ ਕੀ ਹੈ, ਕਿਸ ਤਰ੍ਹਾਂ ਦੇ ਕ੍ਰਾਈਮਸ ਦੇਖੇ ਜਾਂਦੇ ਨੇ, ਜਿਵੇਂ ਕੋਈ ਵਰਲਡ ਲੈਵਲ ਤੇ ਕੋਈ ਹਿਊਮੈਨਿਟੀ ਦੇ ਅਗੇਂਸਟ ਕੋਈ ਕ੍ਰਾਈਮ ਹੈ, ਕੋਈ ਵਾਰ ਕ੍ਰਾਈਮ ਹੈ, ਜੈਨੋਸਾਈਡ ਹੈ ਜਾਂ ਕ੍ਰਾਈਮ ਆਫ ਐਗਰੈਸ਼ਨ ਹੈ, ਇਸ ਤਰ੍ਹਾਂ ਦੇ ਕ੍ਰਾਈਮਸ ਨੂੰ ਡੀਲ ਕੀਤਾ ਜਾਂਦਾ ਹੈ। ਤੇ 18 ਜੱਜਿਸ ਨੇ ਜਿਹੜੇ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਨੇ ਤੇ ਉਹਨਾਂ ਨੂੰ 9 ਸਾਲ ਦੇ ਟਰਮ ਦੇ ਲਈ ਅਪਾਇੰਟ ਕੀਤਾ ਜਾਂਦਾ ਹੈ। ਇੰਡੀਆ ਰੋਮ ਸਟੈਚੂਟ ਦੀ ਪਾਰਟੀ ਨਹੀਂ ਸੀ ਤੇ US ਤੇ ਚਾਈਨਾ ਦੋ ਹੋਰ ਕੰਟਰੀਜ਼ ਨੇ ਜਿਨ੍ਹਾਂ ਨੇ ਕਿ ਰੋਮ ਸਟੈਚੂਟ ਨੂੰ ਸਾਈਨ ਨਹੀਂ ਕੀਤਾ ਸੀ। ਰੀਸੈਂਟਲੀ ਮਲੇਸ਼ੀਆ ਹੈ ਜਿਹੜਾ ਉਹਨੇ ਰੋਮ ਸਟੈਚੂਟ ਦੇ ਵਿੱਚ ਸਾਈਨ ਕੀਤੇ ਨੇ ਤੇ ਨਿਊਐਸਟ 124th ਸਟੇਟ ਪਾਰਟੀ ਬਣੀ ਹੈ ICC ਦੀ। ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਰੀਸੈਂਟਲੀ ਕਿਹੜੀ ਕੰਟਰੀ ਹੈ ਜਿਹਨੇ ਰੋਮ ਸਟੈਚੂਟ ਨੂੰ ਰੈਟੀਫਾਈ ਕਰਕੇ ICC ਦੀ ਪਾਰਟੀ ਬਣੀ ਹੈ, ਉਹ ਹੈ ਮਲੇਸ਼ੀਆ। ਨੈਕਸਟ ਆਉਂਦੀ ਹੈ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ PCA। ਆਰਬਿਟ੍ਰੇਸ਼ਨ ਦਾ ਮਤਲਬ ਹੈ ਮੀਡੀਏਸ਼ਨ। ਜਦੋਂ ਆਪਾਂ ਇਨਫਾਰਮਲ ਤਰੀਕੇ ਦੇ ਨਾਲ ਬੈਠ ਕੇ ਗੱਲਬਾਤ ਕਰਕੇ ਕਿਸੇ ਡਿਸਪਿਊਟ ਨੂੰ ਸੋਲਵ ਕਰਦੇ ਹਾਂ ਤਾਂ ਉਹਨੂੰ ਆਪਾਂ ਆਰਬਿਟ੍ਰੇਸ਼ਨ ਕਹਿੰਦੇ ਹਾਂ। ਸੋ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਕੀ ਹੈ? ਜਿਹੜੀ ਕਿ ਵਰਲਡ ਲੈਵਲ ਤੇ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਹੈ ਤੇ ਇਹਦੇ ਹੈੱਡਕੁਆਰਟਰਸ ਹੈ ਹੇਗ ਨੀਦਰਲੈਂਡ ਦੇ ਵਿੱਚ। 1899 ਦੇ ਵਿੱਚ ਇਸਟੈਬਲਿਸ਼ ਹੋਈ ਸੀ ਤੇ ਕੋਈ ਵੀ ਜਦੋਂ ਇੰਟਰਨੈਸ਼ਨਲ ਲੈਵਲ ਦਾ ਡਿਸਪਿਊਟ ਹੈ ਜੇ ਉਹਨੂੰ ਆਪਣੇ ਆਰਬਿਟ੍ਰੇਸ਼ਨ ਦੇ ਥਰੂ ਸੋਲਵ ਕਰਵਾਉਣਾ ਹੈ ਤਾਂ ਆਪਾਂ ਪਰਮਾਨੈਂਟ ਕੋਰਟ ਆਫ ਆਰਬਿਟ੍ਰੇਸ਼ਨ ਕੋਲ ਜਾਂਦੇ ਹਾਂ। ਸੋ 45th organization is UNAIDS। UNAIDS ਦਾ ਸਿੰਪਲ ਜਿਹਾ ਇੱਕ ਮਤਲਬ ਹੈ ਕਿ ਜਿਹੜੀ ਏਡਸ ਦੀ ਬਿਮਾਰੀ ਹੈ ਉਹਨੂੰ 2030 ਤੱਕ ਵਰਲਡ ਦੇ ਵਿੱਚੋਂ ਖਤਮ ਕਰਨ ਦੇ ਲਈ ਇਸ ਨੂੰ ਇਸਟੈਬਲਿਸ਼ ਕੀਤਾ ਗਿਆ। ਏਡਸ ਦੀ ਫੁੱਲ ਫਾਰਮ ਕੀ ਹੈ? ਐਕਵਾਇਰਡ ਇਮਿਊਨੋਡੈਫੀਸ਼ੀਐਂਸੀ ਸਿੰਡਰੋਮ ਤੇ ਇਹ ਸਸਟੇਨੇਬਲ ਡਿਵੈਲਪਮੈਂਟ ਗੋਲ ਦਾ ਵੀ ਇੱਕ ਪਾਰਟ ਹੈ। 11 ਆਰਗੇਨਾਈਜੇਸ਼ਨਸ ਯੂਨਾਈਟਿਡ ਨੇਸ਼ਨ ਦੀਆਂ ਮਿਲ ਕੇ ਕੰਮ ਕਰਦੀਆਂ ਨੇ ਇਸ ਗੋਲ ਨੂੰ ਅਚੀਵ ਕਰਨ ਦੇ ਲਈ। UNAIDS ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਤੇ ਇਹਦੇ ਹੈੱਡਕੁਆਰਟਰਸ ਕਿੱਥੇ ਹਨ? ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਤੇ 1994 ਦੇ ਵਿੱਚ ਇਹਨੂੰ ਇਸਟੈਬਲਿਸ਼ ਕੀਤਾ ਗਿਆ। ਤੇ ਜਿਹੜਾ UNAIDS ਹੈ ਮੇਨ ਇਹ ਕਿਹਦੇ ਅੰਡਰ ਆਉਂਦਾ ਹੈ? ਇਹ ਈਕੋਸੌਕ ਦੇ ਅੰਡਰ ਆਉਂਦਾ ਹੈ। ਈਕੋਸੌਕ ਆਪਾਂ ਨੇ ਪੜ੍ਹਿਆ ਹੈ, ਇਟ ਇਜ਼ ਵਨ ਆਫ ਦ 5 ਮੇਨ ਪ੍ਰਿੰਸੀਪਲ ਆਰਗਨਸ ਆਫ ਯੂਨਾਈਟਿਡ ਨੇਸ਼ਨ। So next is Organization for the Prohibition of Chemical Weapons। 1997 ਦੇ ਵਿੱਚ Chemical Weapon Convention ਦੇ ਅੰਡਰ ਫਾਰਮ ਕੀਤੀ ਗਈ ਤੇ ਮਲਟੀਲੇਟਰਲ ਟ੍ਰੀਟੀ ਹੈ। ਇਹਦੇ ਅੰਡਰ ਕੈਮੀਕਲ ਵੈਪਨਸ ਨੇ ਜਿਹੜੇ ਉਹਨਾਂ ਦਾ ਯੂਜ਼ ਹੈ ਜਿਹੜਾ ਉਹਨੂੰ ਬੈਨ ਕੀਤਾ ਗਿਆ ਕਿਉਂਕਿ ਕੈਮੀਕਲ ਵੈਪਨਸ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹਾਈ ਲੈਵਲ ਤੇ ਡਿਸਟਰਕਸ਼ਨ ਕ੍ਰੀਏਟ ਕਰਦੇ ਨੇ ਜਦੋਂ ਇਹਨਾਂ ਦਾ ਕੋਈ ਵੀ ਪ੍ਰੋਪਰ ਯੂਜ਼ ਨਹੀਂ ਕਰਦਾ, ਇਹਨਾਂ ਦਾ ਕੋਈ ਇਲ ਯੂਜ਼ ਕਰਦਾ ਹੈ ਉਦੋਂ। ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਇੱਕ ਆਰਗੇਨਾਈਜੇਸ਼ਨ ਤਿਆਰ ਕੀਤੀ ਗਈ ਤੇ ਇਹਦੇ ਵਿੱਚ ਇੱਕ ਕੰਪਲਸਰੀ ਕਰ ਦਿੱਤਾ ਗਿਆ ਕਿ ਜਿੰਨੇ ਵੀ 올ਡ ਤੇ ਜਾਂ ਅਬੈਂਡਨਡ ਕੈਮੀਕਲ ਵੈਪਨਸ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਜਾਵੇ ਤੇ ਇੰਡੀਆ ਨੇ ਇਸ ਟ੍ਰੀਟੀ ਨੂੰ ਜਨਵਰੀ 1993 ਦੇ ਵਿੱਚ ਸਾਈਨ ਕੀਤਾ। ਨੈਕਸਟ ਹੈ APEC। APEC ਦੀ ਫੁੱਲ ਫਾਰਮ ਹੈ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ। ਇੱਕ ਰੀਜਨ ਬੇਸਡ ਇੱਕ ਪ੍ਰੋਪਰ ਏਰੀਆ ਨੂੰ ਲੈ ਕੇ ਹੀ ਬਣਾਈ ਗਈ ਤੇ ਕਿਹੜਾ ਏਰੀਆ ਆਉਂਦਾ ਇਹਦੇ ਅੰਦਰ? ਏਸ਼ੀਆ ਪੈਸੀਫਿਕ ਏਰੀਆ। ਤੇ ਮੇਨ ਇਹਦਾ ਏਮ ਕੀ ਹੈ? ਜਿਹੜੇ ਇਸ ਏਰੀਆ ਦੇ ਲੋਕ ਨੇ ਉਹਨਾਂ ਦੀ ਓਵਰਆਲ ਪ੍ਰੋਸਪੈਰਿਟੀ, ਉਹਨਾਂ ਨੂੰ ਇੱਕ ਸਿਕਿਉਰਡ ਇਨਵਾਇਰਨਮੈਂਟ ਦਿੱਤਾ ਜਾਵੇ, ਉਹਨਾਂ ਦੀ ਗਰੋਥ ਹੈ ਜਿਹੜੀ ਇਕਨੋਮਿਕ ਇੰਟੀਗ੍ਰੇਸ਼ਨ ਹੈ ਉਸਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਤੇ ਇਹਦੇ ਹੈੱਡਕੁਆਰਟਰਸ ਨੇ ਸਿੰਗਾਪੁਰ ਦੇ ਵਿੱਚ। ਨੈਕਸਟ ਆਉਂਦੀ ਹੈ UNEP ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ। ਇਨਵਾਇਰਨਮੈਂਟ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਇਹ ਓਵਰਆਲ ਪੂਰੇ ਵਰਲਡ ਦੇ ਵਿੱਚ ਗਲੋਬਲ ਇਨਵਾਇਰਨਮੈਂਟ ਦਾ ਜਿਹੜਾ ਏਜੰਡਾ ਹੈ ਤੇ ਇਨਵਾਇਰਨਮੈਂਟ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੈਕਟ ਕਰਨ ਦੇ ਲਈ, ਪ੍ਰੀਜ਼ਰਵ ਕਰਨ ਦੇ ਲਈ ਜਾਂ ਜਿਹੜੇ ਆਪਣੇ ਸਸਟੇਨੇਬਲ ਡਿਵੈਲਪਮੈਂਟ ਪ੍ਰੋਗਰਾਮਸ ਨੇ, ਗੋਲਸ ਨੇ, ਉਹਨਾਂ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਵਾਉਣ ਦੇ ਲਈ ਇਹ ਆਰਗੇਨਾਈਜੇਸ਼ਨ ਇਸਟੈਬਲਿਸ਼ ਕੀਤੀ ਗਈ ਤੇ ਇਹਦੇ ਹੈੱਡਕੁਆਰਟਰਸ ਨੇ ਨਾਇਰੋਬੀ ਕੀਨੀਆ ਦੇ ਵਿੱਚ। 49th organization is World Food Program WFP।
1961 ਦੇ ਵਿੱਚ ਇਹਦੀ ਫਾਰਮੇਸ਼ਨ ਹੋਈ। FAO ਨੇ ਇਹਨੂੰ ਫਾਰਮ ਕੀਤਾ ਤੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਨਾਲ ਮਿਲ ਕੇ ਕੰਮ ਕੀਤਾ ਇਹਦੀ ਫਾਰਮੇਸ਼ਨ ਦੇ ਵਿੱਚ। ਸੋ ਇਹਦੇ ਹੈੱਡਕੁਆਰਟਰਸ ਕਿੱਥੇ ਨੇ? ਰੋਮ, ਇਟਲੀ। ਜਿਹੜੀ ਵਰਲਡ ਫੂਡ ਪ੍ਰੋਗਰਾਮ ਹੈ ਇੱਕ ਬਹੁਤ ਹੀ ਇੰਪੋਰਟੈਂਟ ਲੀਡਿੰਗ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਹੈ। ਮਤਲਬ ਇਹ ਲੋਕਾਂ ਦੇ ਭਲੇ ਲਈ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕੰਮ ਕਰ ਰਹੀ ਹੈ। ਕਿਤੇ ਵੀ ਕੋਈ ਹੰਗਰ ਹੈ, ਕੋਈ ਨਿਊਟ੍ਰੀਸ਼ਨ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਐਮਰਜੈਂਸੀ ਦੇ ਵਿੱਚ ਫੂਡ ਚਾਹੀਦਾ ਹੈ, ਕਿਤੇ ਕੋਈ ਵਾਰ ਹੈ, ਰਿਫਿਊਜੀ ਕੈਂਪੇਨਸ ਨੇ, ਲੋਕਾਂ ਦੀ ਲਾਈਫ ਨੂੰ ਸੇਵ ਕਰਨ ਦੇ ਲਈ ਵਰਲਡ ਫੂਡ ਪ੍ਰੋਗਰਾਮ ਬਹੁਤ ਹੀ ਇੰਪੋਰਟੈਂਟ ਕੰਮ ਕਰ ਰਿਹਾ। Basically, international community has committed to end hunger, achieve food security, and improve nutrition by 2030. So now coming to our last organization for today is International Seabed Authority. ਇਹ ਬਹੁਤ ਹੀ important organization ਹੈ। In 1994 ਦੇ ਵਿੱਚ 16 ਨਵੰਬਰ ਨੂੰ establish ਕੀਤੀ ਗਈ ਤੇ ਇਹ ਕਿਸ ਬੋਡੀ ਦੇ ਅੰਡਰ ਆਉਂਦੀ ਹੈ? ਜਿਹੜੀ ਯੂਨਾਈਟਿਡ ਨੇਸ਼ਨ ਦੀ ਇੰਪੋਰਟੈਂਟ ਕਨਵੈਨਸ਼ਨ ਹੈ ਲਾਅ ਆਫ ਸੀ ਦੇ ਉੱਤੇ, UN ਕਲੌਜ਼ ਕਹਿੰਦੇ ਆ ਜਿਹਨੂੰ ਆਪਾਂ, ਉਹਦੇ ਅੰਡਰ ਇਹਨੂੰ ਫਾਰਮ ਕੀਤਾ ਗਿਆ ਤੇ ਇਹਦਾ ਮੇਨ ਇੱਕ ਹੀ ਕੰਮ ਹੈ ਕਿ ਜਿੰਨੀਆਂ ਵੀ ਮਾਈਨਿੰਗ ਐਕਟੀਵਿਟੀਜ਼ ਹੁੰਦੀਆਂ ਨੇ ਸੀ ਦੇ ਵਿੱਚ, ਉਹਨਾਂ ਦਾ ਮੈਰੀਨ ਇਨਵਾਇਰਨਮੈਂਟ ਦੇ ਉੱਤੇ, ਐਕੁਆਟਿਕ ਪਲਾਂਟਸ ਐਂਡ ਐਨੀਮਲਸ ਦੇ ਉੱਤੇ ਜ਼ਿਆਦਾ ਅਸਰ ਨਾ ਹੋਵੇ, ਕੋਈ ਹਾਰਮਫੁਲ ਇਫੈਕਟਸ ਨਾ ਆਉਣ, ਤਾਂ ਉਸ ਚੀਜ਼ ਨੂੰ ਰੋਕਣ ਦੇ ਲਈ, ਉਹਦੇ ਉੱਤੇ ਚੈੱਕ ਲਗਾਉਣ ਦੇ ਲਈ ਇੰਟਰਨੈਸ਼ਨਲ ਸੀਬੈਡ ਅਥਾਰਟੀ ਫਾਰਮ ਕੀਤੀ ਗਈ ਤੇ ਇਹਦੇ ਹੈੱਡਕੁਆਰਟਰਸ ਨੇ ਕਿੰਗਸਟਨ, ਜਮਾਇਕਾ ਦੇ ਵਿੱਚ। Moving further, let's have a look on important headquarters to remember. So United Nations ਦੇ headquarters ਕਿੱਥੇ ਨੇ? ਨਿਊਯਾਰਕ ਸਿਟੀ ਦੇ ਵਿੱਚ। World Health Organization, Geneva, Switzerland। FAO, Rome। World Bank and IMF, Washington। International Civil Aviation Organization, Montreal, Quebec, Canada। World Trade Organization and International Labour Organization, ILO, Geneva, Switzerland। Interpol, Lyon, France। SAARC, Nepal। ਸੋ ਇਹ ਇੰਪੋਰਟੈਂਟ ਹੈੱਡਕੁਆਰਟਰਸ ਨੇ ਜਿਹੜੇ ਆਪਾਂ ਨੇ ਐਗਜ਼ਾਮ ਦੇ ਲਈ ਯਾਦ ਰੱਖਣੇ ਆ ਤੇ ਬਾਰ-ਬਾਰ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ ਕੁਐਸਚਨਸ। You can either take screenshot of this or you can avail free PDF by sending an email on the email mentioned in the description box. So next, here is the list of few important heads of various international organizations that we need to remember for exams. You can have a look on these. So this was all about our part 2 video on the topic international organizations. I have covered specifically the remaining 23 organizations. Rest 27 were covered yesterday in the first part. I hope you liked the video and understood the whole concept of all international organizations well. Please subscribe to my channel and do like, share and comment.